हेलो दोस्तों, लास्ट ਲੈਕਚਰਸ ਦੇ ਵਿੱਚ ਆਪਾਂ ਸਪਰਸ਼ ਰੇਖਾ ਬਾਰੇ ਗੱਲ ਕੀਤੀ ਸੀ। ਆਪਾਂ ਅਰਧ ਵਿਆਸ ਤੇ ਸਪਰਸ਼ ਰੇਖਾ ਵਿਚਕਾਰ ਸੰਬੰਧ ਦੀ ਗੱਲ ਕੀਤੀ ਸੀ। ਉਸੇ ਲਗਾਤਾਰਤਾ ਚ ਅੱਗੇ ਚੱਲਦੇ ਹੋਏ ਅੱਜ ਆਪਾਂ ਜਿਹੜੀ ਗੱਲ ਕਰਨੀ ਹੈ, ਆਪਾਂ ਚੱਕਰ ਦੇ ਬਾਹਰੀ ਬਿੰਦੂ ਤੋਂ ਸਪਰਸ਼ ਰੇਖਾਵਾਂ ਦੀ ਗੱਲ ਕਰਨੀ ਹੈ। ਪਿਛਲੇ ਲੈਕਚਰ ਚ ਆਪਾਂ ਗੱਲ ਕਰ ਚੁੱਕੇ ਹਾਂ ਕਿ ਚੱਕਰ ਦੇ ਬਾਹਰੀ ਬਿੰਦੂ ਤੋਂ ਦੋ ਸਪਰਸ਼ ਰੇਖਾਵਾਂ ਖਿੱਚੀਆਂ ਜਾ ਸਕਦੀਆਂ। ਆਪਾਂ ਇਹ ਗੱਲ ਕੀਤੀ ਸੀ। ਹੁਣ ਕੁਐਸਚਨ ਇਹ ਬਣਦਾ ਹੈ, ਮੰਨ ਲਓ ਆਪਾਂ ਉਰੇ P ਲੈ ਲਿਆ, ਆਹ ਸਪਰਸ਼ ਬਿੰਦੂ A ਲੈ ਲਿਆ, ਆਹ ਸਪਰਸ਼ ਬਿੰਦੂ B ਲੈ ਲਿਆ। ਕੁਐਸਚਨ ਇਹ ਬਣਦਾ ਹੈ, ਆ ਜਿਹੜੀਆਂ ਦੋ ਸਪਰਸ਼ ਰੇਖਾਵਾਂ ਖਿੱਚੀਆਂ ਨੇ, ਇਹਨਾਂ ਦੇ ਵਿੱਚ ਕੀ ਸੰਬੰਧ ਹੈ? ਇਹ ਆਪਸ ਦੇ ਵਿੱਚ ਕੀ ਹੁੰਦੀਆਂ ਨੇ? ਬਰਾਬਰ ਹੁੰਦੀਆਂ। ਤੁਸੀਂ ਡਰਾ ਕਰਕੇ ਮਿਣ ਕੇ ਦੇਖ ਲਿਓ। ਉਹ ਆਪਣੀ ਅਗਲੀ ਨੈਕਸਟ ਥਿਓਰਮ ਹੈ। ਥਿਓਰਮ ਕੀ ਹੈ ਜਿਸ ਤੇ ਆਪਾਂ ਗੱਲ ਕਰਨੀ ਹੈ? ਚੱਕਰ ਦੇ ਬਾਹਰੀ ਬਿੰਦੂ ਤੋਂ ਖਿੱਚੀਆਂ ਸਪਰਸ਼ ਰੇਖਾਵਾਂ ਦੀ ਲੰਬਾਈ ਬਰਾਬਰ ਹੁੰਦੀ ਹੈ। ਇਹ ਆਪਣੀ ਥਿਓਰਮ ਆ ਗਈ। ਹੁਣ ਤਾਂ ਸਭ ਤੋਂ ਪਹਿਲਾਂ ਕੀ ਦਿੱਤਾ ਹੈ? ਇੱਕ ਚੱਕਰ, ਕਿਉਂਕਿ ਕੇਂਦਰ ਨਾਲ ਜਦੋਂ ਚੱਕਰ ਦੀ ਗੱਲ ਆ ਗਈ, ਕੇਂਦਰ ਹੈ ਇੱਕ ਚੱਕਰ ਜਿਸ ਦਾ ਕੇਂਦਰ O ਹੈ ਅਤੇ ਬਾਹਰੀ ਬਿੰਦੂ ਕਿਹੜਾ ਹੋ ਗਿਆ? P। ਬਾਹਰੀ ਬਿੰਦੂ P ਤੋਂ ਸਪਰਸ਼ ਰੇਖਾਵਾਂ, ਬਿਲਕੁਲ ਜੋ ਲਿਖਿਆ ਹੈ, ਸਿਰਫ ਨੇਮ ਦੇ ਕੇ ਮੈਂ ਉਹਨੂੰ ਲਿਖ ਰਿਹਾ। ਸਪਰਸ਼ ਰੇਖਾਵਾਂ PA ਅਤੇ PB ਖਿੱਚੀਆਂ ਹਨ। ਇਹ ਆਪਾਂ ਨੂੰ ਦੇ ਰੱਖਿਆ। ਹੁਣ ਆਪਾਂ ਕੀ ਕਰਨਾ ਹੈ? ਸਿੱਧ ਕੀ ਕਰਨਾ ਹੈ? ਦੋਨੇ ਆਪਸ ਚ ਬਰਾਬਰ ਹੈ। PA ਬਰਾਬਰ ਹੈ PB। ਤਾਂ ਇੱਥੇ ਰਚਨਾ, ਇੱਕ ਗੱਲ ਯਾਦ ਰੱਖਣੀ ਹੈ, ਜਦੋਂ ਰਚਨਾ ਕਰਨੀ ਹੈ ਹਮੇਸ਼ਾ ਦਾਣੇਦਾਰ ਰੇਖਾ 'ਚ ਕਰਨੀ ਹੈ। ਰੂਲ ਹੈ O ਤੋਂ A ਮਿਲਾਇਆ, OB ਮਿਲਾਇਆ, ਕੇਂਦਰ ਤੋਂ ਦੇਖੋ OP ਮਿਲਾਇਆ, OA OB ਅਤੇ OP ਨੂੰ ਮਿਲਾਇਆ। ਹੁਣ ਸਿੱਧੀ ਜਿਹੀ ਗੱਲ ਹੈ, ਆਪਾਂ ਇਹਨਾਂ ਦੋਹਾਂ ਨੂੰ ਬਰਾਬਰ ਕਰਨਾ ਹੈ। ਆਹ ਕੋਣ ਕਿੰਨੇ ਦਾ ਹੈ? 90 ਦਾ। ਕਿਉਂ? ਆਪਾਂ ਪਿਛਲੇ ਲੈਕਚਰ ਥਿਓਰਮ ਕੀਤੀ ਸੀ, ਅਰਧ ਵਿਆਸ ਸਪਰਸ਼ ਰੇਖਾ ਤੇ ਲੰਬ ਹੁੰਦਾ, ਜਾਂ ਸਪਰਸ਼ ਰੇਖਾ ਅਰਧ ਵਿਆਸ ਤੇ ਕੀ ਹੁੰਦੀ ਹੈ? ਲੰਬ। ਤਾਂ ਆਹ ਕੋਣ 90 ਆ ਗਿਆ। ਤੇ ਅਗਰ ਆ ਦੋਨੇ ਤਿਕੋਣਾਂ ਨੂੰ ਆਪਾਂ ਸਰਵੰਗ ਸਮ ਸਿੱਧ ਕਰ ਦਈਏ ਤਾਂ ਬੜੀ ਆਸਾਨੀ ਦੇ ਨਾਲ ਆਪਾਂ ਲਿਖ ਦਾਂਗੇ PA ਬਰਾਬਰ ਹੈ PB CP CT। ਤਾਂ ਫਿਰ ਆਪਣਾ ਹੱਲ, ਤਿਕੋਣ OAP ਅਤੇ ਤਿਕੋਣ OBP ਵਿੱਚ ਚੈੱਕ ਕਰਦੇ ਹਾਂ ਕੀ ਆਪਣੇ ਕੋਲੇ ਪਿਆ। ਸਭ ਤੋਂ ਪਹਿਲਾਂ ਆ ਕੋਣ 90, ਕੋਣ A ਬਰਾਬਰ ਕੋਣ B 90 ਡਿਗਰੀ। OB ਕੀ ਹੋ ਗਿਆ? ਸਾਂਝਾ। ਤੀਜੀ ਸ਼ਰਤ ਕੀ ਆਊਗੀ? ਚੈੱਕ ਕਰਕੇ ਦੇਖੋ। ਤੀਸਰੀ ਸ਼ਰਤ ਕੀ ਆਣੀ ਹੈ? ਚੱਕਰ ਹੈ, OA ਅਤੇ OB ਕੀ ਹੋ ਗਏ? ਉਹਦੇ ਅਰਧ ਵਿਆਸ ਹੋ ਗਏ। ਤੇ ਆਪਾਂ ਨੂੰ ਪਤਾ ਚੱਕਰ ਦੇ ਜਿਹੜੇ ਅਰਧ ਵਿਆਸ ਕੀ ਹੁੰਦੇ ਨੇ? ਬਰਾਬਰ। OA ਬਰਾਬਰ ਹੈ OB ਬਰਾਬਰ ਅਰਧ ਵਿਆਸ। ਤਾਂ ਫਿਰ ਇਸ ਲਈ ਤਿਕੋਣਾਂ ਕੀ ਹੋ ਗਈਆਂ? ਸਰਵੰਗ ਸਮ। ਕਿਹੜੀ ਕੰਡੀਸ਼ਨ ਦੇ ਨਾਲ? ਇੱਕ ਸਮਕੋਣ ਹੈ, ਇੱਕ ਕਰਨ ਹੈ, ਇੱਕ ਆਧਾਰ ਹੈ ਜਾਂ ਲੰਬ ਹੈ। RHS ਰਾਈਟ ਐਂਗਲ ਹਾਈਪੋਟੇਨਿਊਸ ਸਾਈਡ। ਜਦੋਂ ਤਿਕੋਣਾਂ ਸਰਵੰਗ ਸਮ ਹੋ ਗਈਆਂ ਤਾਂ PA ਬਰਾਬਰ ਹੈ PB CP CT। ਸਰਵੰਗ ਸਮ ਤਿਕੋਣਾਂ ਦੇ ਸੰਗਤ ਭਾਗ, ਇਹੀ ਹੈ ਨਾ ਆਪਣੇ ਕੋਲੇ। ਤਾਂ ਇਹ ਹੋ ਗਈ ਆਪਣੀ ਥਿਓਰਮ ਕਿ ਚੱਕਰ ਦੇ ਬਾਹਰੀ ਬਿੰਦੂ ਤੋਂ ਸਪਰਸ਼ ਰੇਖਾਵਾਂ ਦੀ ਜਿਹੜੀ ਲੰਬਾਈ ਹੁੰਦੀ ਹੈ ਕੀ ਹੁੰਦੀ ਹੈ? ਬਰਾਬਰ ਹੁੰਦੀ ਹੈ। ਬੜੀ ਇੰਪੋਰਟੈਂਟ ਥਿਓਰਮ ਹੈ, ਬੜਾ ਧਿਆਨ ਨਾਲ ਕਰਨਾ। ਦੇਖੋ ਕੀਤਾ ਕਿ ਕੁਛ ਵੀ ਨਹੀਂ ਕੀਤਾ, ਕੇਂਦਰ ਤੋਂ ਆਪਾਂ ਰਚਨਾ ਕੀਤੀ, ਤਿੰਨੋਂ ਬਿੰਦੂ ਮਿਲਾਤੇ A
P ਅਤੇ B। ਉਦੋਂ ਬਾਅਦ दो ਤਿਕੋਣਾ ने, एक ਸਾਂਝਾ हो गया, एक 90 हो गया, एक बराबर अर्धव्यास। तिकोना हो गया सरवंग सम। अगर तिकोना सरवंग सम हो गया तो चक्कर ਦੀਆਂ ਜਿਹੜੇ स्पर्श रेखावां ਦੀ लंबाई की होगी, बराबर होगी। ਇੱਥੇ एक रिजल्ट होर है बड़ा इंपॉर्टेंट। रिजल्ट की है, ਇਸੇ ਦੀ ਲਗਾਤਾਰਤਾ ਚ ਅੱਗੇ ਚੱਲਦੇ ਹੋਏ ਆਪਾਂ ਹੁਣ ਕੀ ਕੀਤਾ ਹੈ, ਆਪਾਂ ਇਹਨਾਂ ਨੂੰ ਬਰਾਬਰ ਕਰਤਾ ਤੇ ਇਧਰੋਂ ਆ ਦੋਨੇ ਨੂੰ ਵੀ ਕੀ ਲਿਖ ਸਕਦੇ ਆ ਬਰਾਬਰ। ਦੇਖੋ ਧਿਆਨ ਨਾਲ, ਕੋਣ AOP या एक 2 नंबर दे लो, बराबर है कोण BOP। क्यों? संगत भाग ने। सेम आह कोण APO बराबर है कोण BPO, संगत भाग। ਇਹਦਾ ਕੀ फायदा होया, देखो क्वेश्चन ਆਪਾਂ ਨੂੰ ਕੀ फायदा मिलना है। ਆਪਾਂ ਆਹ ਗੱਲ ਕੀਤੀ है, आ बराबर हो गए, आ बराबर हो गए, तो यदा मतलब जी आ रेखा है OP ते जिहड़ा आ कोण है, आ की हो गया इन्हां दा कोण दुभाजक हो गया ना। क्यों हो गया? क्योंकि इन्हें कोण नूं की कीता, दो बराबर हिस्सों च वंडिया। तो PO या OP कोण AOB अते कोण APB दा दुभाजक है। दुभाजक का मतलब दो बराबर हिस्सों च वंडदा है। आह पूरा कोण 80 है, आ 40, आ 40, आ 100 है, आ 50, आ 50, आ 120 है, ऊपर 60 नीचे 60। आप डायरैक्ट रिजल्ट इनू यूज करांगे क्योंकि इसे का ही एक संगत भाग है। इनू मैथ दे विच की बोलते हैं, क्रॉलरी बोलते। एक रिजल्ट है जो थ्योरम तो ड्राइव होया होया। देखो इत्थे आप सिर्फ लिखता स्पर्श रेखावां की लंबाई बराबर है, तो इत्थे आप की लिखे है, एक क्रॉलरी होर रिजल्ट यूज करके एक नवा रिजल्ट बनाता कि जिहड़ा PO है वो इन्हां दोनों कोणां दा की हो गया, दुभाजक हो गया। तो यह होगी अपनी थ्योरम, चक्कर दे बाहरी बिंदु तो स्पर्श रेखावां की लंबाई बराबर। या एक होर लिख सकते हैं, PO कोण दुभाजक हो गया दोनों कोणां दा। तो हुण इस दे आपां क्वेश्चनां ते अगे की करनी है, गल करनी है। तो क्वेश्चन से गल करते हैं। क्वेश्चन ले रहे हैं, जेकर TP TQ, जेकर TP TQ केंद्र O वाले किसी चक्कर ते, केंद्र O वाले किसी चक्कर ते स्पर्श रेखावां हन। जेकर TP TQ केंद्र O वाले किसी चक्कर ते स्पर्श रेखावां हन कि कोण POQ बराबर 110 डिग्री, ता कोण PTQ पता करो। ता कोण PTQ पता करो। देखो क्वेश्चन की कह रहे हैं, TP और TQ केंद्र O तो वाला जिहड़ा चक्कर है वो दो स्पर्श रेखावां ने। ठीक, कोण POQ कितना हो गया 110। तब PTQ पता करना है, आ पता करना है। सीधा तरीका। हुण आ किन्ने दा कोण है, अर्धव्यास है 90 ते स्पर्श रेखा। आ किन्ने दा है 90, चतुर्भुज बन गई। तो आपां नूं पता है चतुर्भुज दे चारे कोणां दा जिहड़ा जोड़ हुंदा है वो कितना हुंदा है 360 डिग्री। तो फिर किहड़े किहड़े हो गया 90 प्लस 110 प्लस 90 प्लस कोण PTQ बराबर 360। जोड़ो 90 गया 110, 200, 290 प्लस कोण PTQ बराबर 360 ते कोण PTQ बराबर 360 माइनस 290 70 डिग्री। तो देखो हल किया, अपना कितना आंसर आ गया 70 डिग्री का अपने को आंसर आ चुके हैं। हुण आप अगले क्वेश्चन पे चलते हैं। अगला क्वेश्चन की कहता अपने को, क्वेश्चन है
जेकर एक बिंदु P तो जेकर एक बिंदु P तो O केंद्र वाले किसे ਚੱਕਰ ਤੇ ਜੇਕਰ ਬਿੰਦੂ P ਤੋਂ O ਕੇਂਦਰ ਵਾਲੇ ਕਿਸੇ ਚੱਕਰ ਤੇ PA ਅਤੇ PB ਸਪਰਸ਼ ਰੇਖਾਵਾਂ ਆਪਸ ਵਿੱਚ 80 ਡਿਗਰੀ ਤੇ ਝੁਕੀਆਂ ਹੋਣ ਆਪਸ ਵਿੱਚ 80 ਡਿਗਰੀ ਤੇ ਝੁਕੀਆਂ ਹੋਣ ਤਾਂ कोण POA पता करो। देखो स्टेटमेंट दी है कहते एक बिंदु P तो केंद्र O वाला चक्कर PA PB दो स्पर्श रेखावां ने एक आ रही स्पर्श रेखा एक आ रही मान लो A ਅਤੇ B इस आपस ਵਿੱਚ 80 ਡਿਗਰੀ ਤੇ ਤਾਂ ਇਹਦਾ ਮਤਲਬ ਪਤਾ ਕੀ ਹੈ ਜੋ ਬਿੰਦੂ ਦਾ ਸਪਰਸ਼ ਰੇਖਾ ਦੇ ਵਿਚਕਾਰਲਾ ਕੋਣ ਕਿੰਨਾ ਹੈ 80 ਡਿਗਰੀ ਹੈ ਤਾਂ ਕੋਣ POA POA ਆ ਕੋਣ ਆਪਾਂ ਪਤਾ ਕਰਨਾ ਹੈ ਹੁਣ ਇਹਨੂੰ ਕਿਵੇਂ ਕੱਢਾਂਗੇ ਆਪਾਂ ਜੋ ਥਿਓਰਮ ਦਾ ਰਿਜ਼ਲਟ ਹੈ ਉਹਨੂੰ ਇੱਥੇ ਯੂਜ਼ ਕਰਾਂਗੇ ਆ ਪੂਰਾ 80 ਹੈ ਤਾਂ ਆ ਹਿੱਸਾ ਕਿੰਨਾ ਹੋਊਗਾ ਇਹ ਹੋ ਗਿਆ ਅੱਧਾ ਅੱਧਾ ਹੋ ਗਿਆ ਨਾ ਤਾਂ ਕਿੰਨਾ ਹੋ ਗਿਆ 80 ਦਾ ਅੱਧਾ किन्ना हो गया 40 ठीक आ 40 डिग्री आ किन्ना हो गया 90 इनू आप आसानी नाल कढ़ सकते हैं तो फिर त्रिकोण OAP विच 90 डिग्री प्लस 40 डिग्री आ कोण आप पता करना है POA बराबर 180 90 ਤੇ 40 130 ਤਾਂ ਕੋਣ POA ਬਰਾबर 180 ਮਾਈਨਸ 130 ਕੀ ਹੋ ਗਿਆ 50 ਡਿਗਰੀ ਅਗਲੇ ਕੁਐਸਚਨ ਦੇ ਆਪਾਂ ਗੱਲ ਕਰਦੇ ਹਾਂ ਅਗਲੇ ਕੁਐਸਚਨ ਦੀ ਖਾਸੀਅਤ ਕੀ ਹੈ ਉੱਥੇ ਇੱਕ ਸਮਕੇਂਦਰੀ ਚੱਕਰ ਹੈ ਸਮਕੇਂਦਰੀ ਆਪਾਂ ਡਿਸਕਸ ਕਰਦੇ ਹਾਂ ਕਿਹੜੇ ਹੁੰਦੇ ਨੇ ਕੁਐਸਚਨ ਹੈ दो समकेंद्री चक्रां दे अर्ध व्यास दो समकेंद्री चक्रां दे अर्ध व्यास क्रमवार 5 सेंटीमीटर ਅਤੇ 3 सेंटीमीटर ਹਨ 5 सेंटीमीटर ਅਤੇ 3 सेंटीमीटर ਹਨ ਵੱਡੇ ਚੱਕਰ ਦੀ उस जीवा की लंबाई पता करो जो छोटे चक्कर नू स्पर्श करती है या छूंदी है हुण क्वेश्चन शुरू करने तो पहला आपां गल करनी है समकेंद्री चक्कर किहड़े हुंदे आ देखो नाम दस रहा है समकेंद्री सेम केंद्र बराबर केंद्र तो वह चक्कर जिन्हां दा जिहड़ा केंद्र है वह की होवे इक्को होवे सेम होवे वो किहड़े चक्कर हुंदे ने समकेंद्री चक्कर कहंदे अर्ध व्यास की ने 5 ਅਤੇ 3 ਤਾਂ क्लीयर है ਵੱਡੇ ਦਾ 5 हो गया छोटे ਦਾ कितना हो गया 3 हो गया ਵੱਡੇ ਚੱਕਰ ਦੀ ਉਸ ਜੀਵਾ ਦੀ ਲੰਬਾਈ ਪਤਾ ਕਰੋ ਜੋ ਛੋਟੇ ਨੂੰ ਸਪਰਸ਼ ਕਰਦੀ ਹੈ ਤਾਂ ਦੇਖੋ ਕਰਨਾ ਕੀ ਆਪਾਂ ਪਹਿਲਾਂ ਮੈਂ ਦੱਸਦਾ ਆ ਦੇਖੋ AB ਵੱਡੇ ਚੱਕਰ ਵਾਸਤੇ ਤਾਂ ਕੀ ਹੋਗੀ ਜੀਵਾ ਛੋਟੇ ਚੱਕਰ ਵਾਸਤੇ ਕੀ ਹੋਗੀ ਸਪਰਸ਼ ਰੇਖਾ ਮੰਨ ਲਓ ਇਹ O ਹੈ ਤਾਂ ਆਪਾਂ ਇਹਦੀ ਲੰਬਾਈ ਪਤਾ ਕਰਨੀ ਹੈ ਤਾਂ ਇੱਥੇ ਕੀ ਕਰਾਂਗੇ ਆਪਾਂ P ਅਗਰ ਧਿਆਨ ਨਾਲ ਦੇਖੀਏ OP ਹੈ ਜਿਹੜਾ ਇੱਥੇ जो OP है वो अपने कोले छोटे चक्कर का अर्ध व्यास है चेक करके देखो तो जो किन्ने सेंटीमीटर है 3 सेंटीमीटर तो जे मैं OA की गल करा तो फिर OA की हो गया अपने कोले वड्डे चक्कर का अर्ध व्यास जो
5 ਸੈਂਟੀਮੀਟਰ ਹੈ ਨਾ। ਥਿਓਰਮ ਆਪਾਂ ਕਰ ਚੁੱਕੇ ਹਾਂ, ਅਰਧ ਵਿਆਸ ਤੇ ਸਪਰਸ਼ ਰੇਖਾ ਆਪਸ ਇੱਕ ਦੂਜੇ ਤੇ ਲੰਬ ਹੁੰਦੀਆਂ ਨੇ। ਤਾਂ ਫਿਰ ਆ ਹੋ ਗਿਆ ਕਰਨ, ਪਾਈਥਾਗੋਰਸ ਥਿਓਰਮ ਲੱਗ ਗਈ। ਤਾਂ ਤਿਕੋਣ OAP ਵਿੱਚ ਕਰਨ ਦੀ 2 ਬਰਾਬਰ ਲੰਬ ਦੀ 2 ਪਲੱਸ ਆਧਾਰ ਦੀ 2। 90 ਦੇ ਸਾਹਮਣੇ ਕਰਨ 5 ਦੀ 2, ਲੰਬ ਆ ਗਿਆ 3, ਆਧਾਰ ਆਪਣੇ ਕੋਲ AP। 5 ਦੀ ਘਾਤ 2, 5 5 25, 3 ਦੀ ਘਾਤ 2, 30 30 9। 9 ਦੂਜੇ ਪਾਸੇ ਜਾ ਕੇ ਕਾਹਦਾ ਹੋ ਗਿਆ, ਘਟਾ ਦਾ। 25 ਚੋਂ 9 ਘਟਾਏ 16। 16 ਕਿਹਦੀ ਘਾਤ 2 ਹੈ, ਕਿਹੜੀ ਸੰਖਿਆ ਦੀ 2 ਵਾਰ ਗੁਣਾ ਕਰਨ ਕਰਕੇ 16 ਆਉਂਦਾ ਹੈ? ਚੌਕਮ ਚੌਕੀ 16। 2 ਘਾਤ ਨਾਲ 2 ਘਾਟ ਕੱਟ ਗਈ ਤਾਂ AP ਆ ਗਿਆ 4। ਹੁਣ ਜੇ ਆ 4 ਹੈ, ਜਿਹੜਾ ਮੇਨ ਅਗਲਾ ਕੁਐਸਚਨ ਆ ਗਿਆ ਇਸ 'ਚ, ਤਾਂ ਇਹ ਕਿੰਨਾ ਹੋਊਗਾ 4। ਆਪਾਂ 9ਵੀਂ ਕਲਾਸ ਕੀਤਾ ਹੋਇਆ ਹੈ। ਕੇਂਦਰ ਤੋਂ ਜੀਵਾ ਤੇ ਲੰਬ ਜੀਵਾ ਨੂੰ ਸਮਦੁਭਾਜਿਤ ਕਰਦਾ ਹੈ, 2 ਬਰਾਬਰ ਭਾਗਾਂ 'ਚ ਵੰਡਦਾ ਹੈ। ਤਾਂ ਜੇ ਆ 4 ਹੈ, ਆ ਵੀ 4 ਹੋ ਗਿਆ, ਤਾਂ ਫਿਰ ਇਹ ਵੀ ਕਿੰਨਾ ਹੋ ਗਿਆ 4 + 4 8 ਸੈਂਟੀਮੀਟਰ। ਤਾਂ ਫਿਰ ਜਿਹੜੀ ਵੱਡੇ ਚੱਕਰ ਦੀ ਜੀਵਾ ਹੈ, ਛੋਟੇ ਚੱਕਰ ਵਾਸਤੇ ਜਿਹੜੀ ਸਪਰਸ਼ ਰੇਖਾ ਹੈ, ਉਹਦੀ ਜਿਹੜੀ ਲੰਬਾਈ ਹੈ ਉਹ ਕਿੰਨੀ ਹੋ ਗਈ 8 ਸੈਂਟੀਮੀਟਰ। ਅਗਲਾ ਕੁਐਸਚਨ ਕੀ ਕਹਿ ਰਿਹਾ ਆਪਣੇ ਕੋਲੇ, ਹੁਣ ਆਪਾਂ ਅਗਲੇ ਕੁਐਸਚਨ ਦੀ ਗੱਲ ਕਰਦੇ ਹਾਂ। ਅਗਲਾ ਕੁਐਸਚਨ ਵੀ ਇੱਕ ਤਰ੍ਹਾਂ ਦਾ ਸਟੈਂਡਰਡ ਰਿਜ਼ਲਟ ਹੈ। ਕੁਐਸਚਨ ਹੈ ਸਿੱਧ ਕਰੋ ਚੱਕਰ ਦੇ ਵਿਆਸ ਦੇ ਸਿਰਿਆਂ ਤੇ ਖਿੱਚੀਆਂ ਸਪਰਸ਼ ਰੇਖਾਵਾਂ ਸਮਾਂਤਰ ਹੁੰਦੀਆਂ ਹਨ। ਇੱਕ ਸਟੈਂਡਰਡ ਰਿਜ਼ਲਟ ਹੈ ਜਿਹਨੂੰ ਆਪਾਂ ਕਿਵੇਂ ਵਰਤਾਂਗੇ, ਜਦੋਂ ਵਿਆਸ ਦੀ ਗੱਲ ਆ ਗਈ। ਦੇਖੋ ਇੱਕ ਚੱਕਰ ਹੈ, ਆਪਾਂ ਇੱਕ ਵਿਆਸ ਖਿੱਚਤਾ, ਜਿਵੇਂ ਮਰਜ਼ੀ ਖਿੱਚ ਦੋ। ਕਹਿੰਦੇ ਜਿਹੜੇ ਉਹਦੇ ਸਿਰੇ ਨੇ, ਆ ਮੰਨ ਲਓ O ਹੈ, ਆ A ਹੈ, ਆ B ਹੈ। ਕਹਿੰਦੇ ਜਦੋਂ ਸਿਰਿਆਂ ਤੇ ਸਪਰਸ਼ ਰੇਖਾਵਾਂ ਖਿੱਚਣੀਆਂ ਨੇ, ਉਹ ਹਮੇਸ਼ਾ ਕੀ ਹੁੰਦੀਆਂ ਨੇ, ਸਮਾਂਤਰ ਹੁੰਦੀਆਂ ਨੇ। ਇਹਨੂੰ ਆਪਾਂ ਹੱਲ ਕਰਨਾ ਹੈ। ਪਹਿਲਾ ਉੱਪਰਲਾ ਹਿੱਸਾ, ਫਿਲਹਾਲ ਇਹਨੂੰ ਛੱਡ ਦਿਓ। ਉੱਪਰਲਾ ਹਿੱਸਾ ਦੇਖੋ, ਆ ਅਰਧ ਵਿਆਸ ਹੋ ਗਿਆ, ਆ ਸਪਰਸ਼ ਰੇਖਾ ਹੋ ਗਈ, ਇਹ ਲੰਬ ਹੋ ਗਿਆ। ਆਪਾਂ ਉਰੇ ਕੋਣ 1 ਦੇਤਾ, ਨਾਮ ਲਿਖ ਲੈਂਦੇ ਆ XY PQ। ਤਾਂ OA ਅਰਧ ਵਿਆਸ ਹੋ ਗਿਆ ਉੱਪਰਲੇ ਹਿੱਸੇ ਲਈ, XY ਸਪਰਸ਼ ਰੇਖਾ ਹੋ ਗਈ। ਤੇ ਆਪਾਂ ਨੂੰ ਪਤਾ ਹੈ OA XY ਤੇ ਕੀ ਹੈ, ਲੰਬ ਹੈ। ਇਸ ਲਈ ਕੋਣ 1 ਕਿਹਦੇ ਬਰਾਬਰ ਹੋ ਗਿਆ 90 ਦੇ। ਸੇਮ ਨਿਚਲੇ ਹਿੱਸੇ 'ਚ ਮੈਂ ਗੱਲ ਕਰਾਂ, ਕਿਉਂਕਿ OB ਅਰਧ ਵਿਆਸ ਹੈ, PQ ਸਪਰਸ਼ ਰੇਖਾ ਹੈ, ਤਾਂ OB PQ ਤੇ ਕੀ ਹੋ ਗਿਆ, ਲੰਬ ਹੈ। ਇਧਰਲੇ ਪਾਸੇ ਕੋਣ 2 ਲਿਖ ਲਿਆ, ਇਸ ਲਈ ਕੋਣ 2 ਕੀ ਹੋ ਗਿਆ 90। ਸਮੀਕਰਨ 1 ਅਤੇ 2 ਤੋਂ 1 ਬਰਾਬਰ 90, 2 ਬਰਾਬਰ 90, ਤਾਂ 1 ਤੇ 2 ਆਪਸ ਕੀ ਹੋ ਗਏ ਬਰਾਬਰ। ਤੇ ਜਦੋਂ 1 2 ਆਪਸ 'ਚ ਬਰਾਬਰ ਹੋ ਗਏ, ਇਹ ਕਿਹੜੀ ਸ਼ੇਪ ਬਣ ਰਹੀ ਹੈ, Z ਸ਼ੇਪ ਬਣ ਰਹੀ ਹੈ। ਤਾਂ ਇਹ ਕਿਹੜੇ ਕੋਣ ਬਣ ਗਏ, ਇਕਾਂਤਰ ਕੋਣ। ਤਾਂ ਫਿਰ ਆਪਾਂ ਇਹ ਕਹਿ ਸਕਦੇ ਹਾਂ ਇਕਾਂਤਰ ਕੋਣ ਕੀ ਹੋ ਗਏ ਬਰਾਬਰ। ਤੇ ਜੇ ਇਕਾਂਤਰ ਕੋਣ ਬਰਾਬਰ ਹੈ ਤਾਂ ਫਿਰ ਇਸ ਲਈ XY ਸਮਾਂਤਰ ਹੈ PQ ਦੇ, ਕਿਉਂਕਿ ਆਪਾਂ ਨੂੰ ਪਤਾ ਹੈ ਸਮਾਂਤਰ ਰੇਖਾਵਾਂ ਦੀ ਜਦੋਂ ਆਪਾਂ ਗੱਲ ਕਰਦੇ ਹਾਂ ਤਾਂ ਇਕਾਂਤਰ ਕੋਣ ਬਰਾਬਰ ਹੁੰਦੇ ਆ। ਇਸ ਕੁਐਸਚਨ ਦੇ ਵਿੱਚ ਇੱਕ ਛੋਟੀ ਜਿਹੀ ਗਲਤੀ ਹੋਰ ਹੋ ਜਾਂਦੀ ਹੈ। ਕਈ ਵਾਰੀ ਕੀ ਹੁੰਦਾ ਹੈ, ਇੱਥੇ ਤਾਂ ਮੈਨੂੰ ਪਤਾ ਮੈਂ ਤਾਂ ਇਕਾਂਤਰ ਸਿੱਧ ਕਰਨੇ ਆ, ਇੱਕ ਇੱਧਰਲੇ ਪਾਸੇ ਲੈ ਲਿਆ, ਇੱਕ ਇੱਧਰਲੇ ਪਾਸੇ ਲੈ ਲਿਆ, ਪਰੰਤੂ ਇਹ ਵੀ ਹੋ ਸਕਦਾ ਤੁਸੀਂ ਇੱਧਰ ਲਿਖ ਲਓ, ਕਿਉਂਕਿ ਰੱਟਾ ਨਹੀਂ ਆਪਾਂ ਮਾਰਨਾ, ਕਨਸੈਪਟ ਨੂੰ ਸਮਝਣਾ ਹੈ। ਅਗਰ ਤੁਸੀਂ 2 ਇੱਧਰ ਲਿਖੋਗੇ ਤਾਂ ਦੇਖੋ ਧਿਆਨ ਨਾਲ, ਸਮਾਂਤਰ ਰੇਖਾਵਾਂ ਦੇ ਵਿੱਚ ਜਦੋਂ ਦੋਨੇ ਕੋਣ ਇੱਕ ਪਾਸੇ ਹੁੰਦੇ ਆ ਤਾਂ ਆਪਣੇ ਕੋਲ ਤੀਜੀ ਸ਼ਰਤ ਹੈ, ਇੱਕੋ ਪਾਸੇ ਦੇ ਅੰਦਰੂਨੀ ਕੋਣਾਂ ਦਾ ਜੋੜ 180 ਹੁੰਦਾ ਹੈ। ਫਿਰ ਆਪਾਂ ਕੀ ਕਰਾਂਗੇ, ਇੱਥੇ ਆਪਾਂ ਫਿਰ ਬਰਾਬਰ ਨਹੀਂ ਸਿੱਧ ਕਰਦੇ। ਬਰਾਬਰ ਇੱਥੇ ਮੈਂ ਕਿਉਂ ਸਿੱਧ ਕੀਤਾ ਹੈ, ਕਿਉਂਕਿ ਇਹ ਇਕਾਂਤਰ ਕੋਣ ਬਣਦੇ ਸੀ। ਪਰੰਤੂ ਹੁਣ ਆਪਾਂ ਕੀ ਕਰਤਾ,
ਆਪਾਂ ਦੋਨੇ ਇੱਕੋ ਪਾਸੇ ਲੈ ਲਏ ਤਾਂ ਫਿਰ ਆਪਾਂ ਇੱਥੇ ਦਾ ਜੋੜ ਕਰਾਂਗੇ 1 ਅਤੇ 2 ਨੂੰ ਜੋੜਨ ਤੇ 1 + 2 = 90 + 90 180। क्यों जोड़ांगे? क्योंकि आपां नूं पता है समांतर रेखावां दी तीजी शर्त की है, इक्को पासे दे काटवीं रेखा दे इक्को पासे दे अंदरूनी कोणां दा जोड़ 180 हुंदा है। तो इसे करके आपां उरे की कीता है, जोड़ किया है। तो यह चीज़ का ध्यान रखना है। अगर उल्टे पासे लेके जावांगे तो बराबर करांगे, अगर तुसीं इहनूं इक्को पासे करोगे करना है तो तुसीं इहदा जोड़ करना है। तां ही ये चीज़ मैं इत्थे की कीती है, क्लीयर की है। हुण आपां एक होर अगले क्वेश्चन दी, जो बड़ा इंपॉर्टेंट क्वेश्चन है, काफ़ी एग्जाम च आया होया है। क्वेश्चन की कहता है, केंद्र ओ वाले चक्कर ते केंद्र ओ वाले चक्कर ते बाहरी बिंदु टी तो बाहरी बिंदु टी तो दो स्पर्श रेखावां टीपी अते टिकियां हन सिद्ध करो कोण PTQ बराबर है 2 कोण APQ। डायग्राम देखो, कहते केंद्र O वाला चक्कर बाहरी बिंदु T TP ਅਤੇ TQ स्पर्श रेखावां हन। तो सिद्ध की करना है, कोण PTQ आ कोण बराबर 2 कोण OPQ आ कोण, आप सिद्ध करना है। तो क्वेश्चन ये बनता है, इनू आप सिद्ध किवें करांगे। सब तो इंपॉर्टेंट चीज़ यदि यह है, बड़ा सौखा दा तरीका है। देखो ध्यान नाल, हुण आपां एक रिजल्ट किया है, जिहड़ी थ्योरम आपां कीती सी, आ 90 डिग्री का कोण है, यही की है ना। इत्थे मैं थोड़ा जिहा इहनूं समझाउण दे लई पहलां मैं एक छोटी जी एग्जाम्पल दे रहा। आ 90 है, आ जे मान लो 20 डिग्री है, पूरा 90 सी, आ 20 है, तो आ कितना रह गया? हाँ जी, कितना रह गया? 70। क्यों? 90 के विचों आपां 20 घटाया है। मान लो ए कौन हो गया x, ए कौन हो गया x। अब पूरा कोण कितना है? पूरा कोण 90 है ना। पूरा कोण कितना अपने कोले 90। 90 ਦੇ ਵਿੱਚੋਂ आ हिस्सा ਆਪਾਂ ਕੀ करता x ले लिया, तो फिर आ हिस्सा कितना हो गया? 90 ਦੇ ਵਿੱਚੋਂ x घटाता। ठीक होगी मेरी गल। पूरा कोण 90 है, तुसी चाहे इनू डायग्राम च लिख दो जिवें मैं लिखिया है, तुसी चाहे इत्थे एक्सप्लेन कर दो जिवें तुहानू ठीक लगता है। देखो OP TP ते लंब है, तो इसलिए कोण OPT बराबर 90। क्योंकि जो तुसी इत्थे मैंशन करता डायग्राम दे विच, तां इत्थे लिखण की कोई दिक्कत नहीं। मान लो कोण OPQ बराबर है x। देखो मैं वही लिख रहा जो डायग्राम च कीता है। तो फिर पिछे जिहड़ा TP कोण है या QPT कोण है, वो कितना बन गया? 90 - x। आ अपना काम हो गया। इदों बाद 9वीं क्लास च आपां रिजल्ट किया सी, एक त्रिकोण दियां जे 2 भुजावां बराबर ने, तो उहदे सामने वाले कोण भी की होणगे? बराबर होणगे। किता सी ना। की आप कह सकते हैं आ दोने बराबर है? हाँ या ना? हाँ। क्यों? बाहरी बिंदु तो स्पर्श रेखावां दी लंबाई जिहड़ी थ्योरम है, वो की हुंदे ने? बराबर हुंदे है। अते TP बराबर है TQ, बाहरी बिंदु तो स्पर्श रेखावां। ते जे TP बराबर है TQ है, तो ये सामने वाले कोण भी की हो गए? बराबर हो गए। तो फिर आ कोण भी किहदे बराबर आ गया?
90 माइनस एक्स, तो कौन QPT बराबर है PQT बराबर 90 माइनस एक्स। देखो डायग्राम च ही है सारा कुछ, ये तो एक मैं एक्सल लिखिया है, जो तुम डायग्राम च लिखना शुरू करता, देखो एक्स इनू मान लिया, पहला काम आ डायग्राम च लिखा गया, आ बराबर ने आ लिखा गया, तो अपना डायग्राम च हल हो गया। हुण अपने को आ त्रिकोण बन गई, तो आपां नूं पता है त्रिकोण के तिन्ने कोणों का जोड़ कितना हुंदा है 180। त्रिकोण PQT विच पहला कोण प्लस दूसरा कोण प्लस कोण T बराबर 180। 90 90 180 माइनस एक्स माइनस 2x प्लस कोण T बराबर 180। तो इन्हों इधर लै जाओ, आ प्लस दा माइनस का हो गया, आ माइनस दा प्लस का आ कट गया। कोण T का पूरा नाम की है PTQ, एक्स का आप केड़ा नाम लिया OPQ। आ अपना क्वेश्चन आ गया। तो किता की आप देखो, आपां नूं पता है जिहड़ा पूरा कोण है अपने कोले वो किन्ने दा है 90 का है, तो जे आ 90 है उरे एक्स आ गया, ये किन्ने का हो गया 90 माइनस एक्स। आ दोने बराबर ने क्योंकि बाहरी बिंदु तो स्पर्श रेखावां ने, तो जे आ 90 माइनस एक्स है ये भी कितना हो गया 90 माइनस एक्स। तो फिर आपां की कीता, त्रिकोण दे तिन्ने कोणां दा जिहड़ा जोड़ हुंदा की हुंदा 180 हुंदा है। तो आपां क्वेश्चन नूं सॉल्व कीता है। तो देखो आपां इस लैक्चर च की कीता है, पहले मैं थोड़ी रिवीजन ले रहे हैं, इत्थे रिव्यू कर रहे हैं। पिछले लैक्चर च आपां जो रिजल्ट किया सी, अर्ध व्यास, मैं शॉर्ट्स लिख रहा, स्पर्श रेखा ते लंब है, या स्पर्श रेखा अर्ध व्यास ते की है लंब। पहला रिजल्ट जो आप यूज किया है। दूसरा, बाहरी बिंदु तो स्पर्श रेखावां दी लंबाई की हुंदी है बराबर। हुण इत्थे ना एक छोटा क्वेश्चन भी बना सकते हैं। क्वेश्चन की है, एक चक्कर जिसका केंद्र O है, बाहरी बिंदु P तो दो स्पर्श रेखावां PA और PB खिंचे है। जे एक स्पर्श रेखा की लंबाई मान लो 7 सेंटीमीटर है तो दूजी पता करो। तो क्लीयर है, जे ये भी 7 है तो दूजी भी की होनी है 7। ठीक। तीसरा रिजल्ट आप की किया है, जिहड़ा इसे तो बनिया सी असल दे विच, कि अगर स्पर्श रेखावां ने तो बाहरी बिंदु ते केंद्र नूं मिलाउण वाली रेखा जिहड़े इन्हां दे कोण है उन्होंने दो हिस्सों वंडदी है, अद्धा अद्धा करती है। तो आप तीन रिजल्ट्स, तीन थ्योरम्स की गल की सी जिसके बिहाफ से क्वेश्चन किए सी। ते नैक्सट लैक्चर के आप इसके जो होर क्वेश्चन है आप उस पर गल करांगे। थैंक यू।